ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 222 ਤੋਂ ਲੈ ਕੇ 223 ਤੱਕ ਸਵੈਮਾਨ ਬਾਣੀ 'ਤੇ ਵਿਚਾਰ ਕਰਦੇ ਹਾਂ ਜੀ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਚੱਲ ਰਹੀ ਹੈ। ਹਾਂਜੀ, ਆਓ ਆਪਾਂ ਗੁਰਬਾਣੀ ਦੀ ਲੜੀ ਦੇ ਨਾਲ ਜੁੜੀਏ ਜੀ। ਗੌੜੀ ਗੁਆਰੇਰੀ ਮਹੱਲਾ ਪਹਿਲਾ। ਨਾ ਮਨ ਮਰੈ ਨਾ ਕਾਰਜ ਹੋਏ, ਮਨ ਵਸ ਦੂਤਾ ਦੁਰਮਤ ਦੋਏ। ਮਨ ਮਾਨੈ ਗੁਰ ਤੇ ਇੱਕ ਹੋਏ, ਨਿਰਗੁਣ ਰਾਮ ਗੁਣੋ ਵਸ ਹੋਏ। ਆਪ ਨਿਵਾਰ ਵਿਚਾਰੇ ਸੋਏ ਰਹਾਓ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਦੋਂ ਤੱਕ ਜੀਵ ਦਾ ਮਨ ਵਿਕਾਰਾਂ ਵੱਲੋਂ ਮਰ ਨਹੀਂ ਜਾਂਦਾ, ਮਾਇਆ ਦੇ ਮੋਹ ਵੱਲੋਂ ਮਰ ਨਹੀਂ ਜਾਂਦਾ, ਉਦੋਂ ਤੱਕ ਕਹਿੰਦੇ ਜੋ ਮਨੁੱਖਾ ਜੀਵਨ ਦਾ ਮਨੋਰਥ ਆ ਉਹ ਸਫਲ ਨਹੀਂ ਹੁੰਦਾ, ਉਹ ਕਾਰਜ ਸਿੱਧ ਨਹੀਂ ਹੁੰਦਾ। ਮਨ ਵਸ ਦੂਤਾ ਦੁਰਮਤ ਦੋਏ, ਕਹਿੰਦੇ ਜਦੋਂ ਤੱਕ ਜੀਵ ਦਾ ਮਨ ਵਿਕਾਰਾਂ ਦੇ ਵਸ ਵਿੱਚ ਰਹਿੰਦਾ, ਵਿਕਾਰਾਂ ਨੂੰ ਜਿਵੇਂ ਦੂਤ ਕਿਹਾ ਗਿਆ, ਦੂਤ ਜਿਹੜੇ ਮਾੜੇ ਹੁੰਦੇ ਨੇ, ਜਿਵੇਂ ਧਰਮਰਾਜ ਦੇ ਦੂਤ ਹੁੰਦੇ ਨੇ ਨਾ, ਇਸ ਤਰ੍ਹਾਂ ਮਾੜਾ ਲਫ਼ਜ਼ ਵਰਤਿਆ ਗਿਆ ਵਿਕਾਰਾਂ ਲਈ। ਜਦੋਂ ਕਹਿੰਦੇ ਮਨ ਵਿਕਾਰਾਂ ਦੇ ਵਸ ਵਿੱਚ ਰਹਿੰਦਾ, ਉਦੋਂ ਤੱਕ ਜਿਹੜੀ ਜੀਵ ਦੀ ਮੱਤ ਹੈਗੀ ਆ ਉਹ ਦੁਰਮਤ ਰਹਿੰਦੀ ਆ, ਉਹ ਮਾੜੀ ਮੱਤ ਰਹਿੰਦੀ ਆ। ਜਦੋਂ ਤੱਕ ਵਿਕਾਰਾਂ ਦੇ ਵਸ ਵਿੱਚ ਆ ਉਦੋਂ ਤੱਕ ਜੀਵ ਨੂੰ ਮੇਰ ਤੇਰ ਦਾ ਅਤੇ ਪਰਮਾਤਮਾ ਵੱਲੋਂ ਅਲੱਗ ਆਪਣੀ ਹਸਤੀ ਹੋਣ ਦਾ ਅਨੁਭਵ ਰਹਿੰਦਾ। ਜੀਵ ਨੂੰ ਇਹ ਮਨ ਦੇ ਵਿੱਚ ਵਿਚਾਰ ਨਹੀਂ ਆਉਂਦਾ ਕਿ ਮੇਰੀ ਹਸਤੀ ਪਰਮਾਤਮਾ ਨਾਲੋਂ ਅਲੱਗ ਨਹੀਂ ਹੈ, ਦੁਬਿਧਾ ਰਹਿੰਦੀ ਆ। ਕਹਿੰਦੇ ਮਨ ਮਾਨੇ ਗੁਰ ਤੇ ਇੱਕ ਹੋਏ, ਜਦੋਂ ਕਹਿੰਦੇ ਗੁਰੂ ਦੇ ਉਪਦੇਸ਼ 'ਤੇ ਜੀਵ ਚੱਲਦਾ ਹੈ ਤਾਂ ਫਿਰ ਕਹਿੰਦੇ ਮਨ ਜਿਹੜਾ ਜੀਵ ਦਾ ਮਨ ਹੈ ਫਿਰ ਉਹ ਸਮਝਦਾ, ਫਿਰ ਦੋ ਤੋਂ ਇੱਕ ਹੁੰਦਾ, ਫਿਰ ਉਹਨੂੰ ਸਮਝ ਲੱਗਦੀ ਆ ਕਿ ਜੀਵ ਦੀ ਪਰਮਾਤਮਾ ਨਾਲੋਂ ਵਿੱਥ ਨਹੀਂ ਹੈ, ਜੀਵ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਹੈ। ਨਿਰਗੁਣ ਰਾਮ ਗੁਣੈ ਵਸ ਹੋਏ, ਕਹਿੰਦੇ ਨਿਰਗੁਣ ਪਰਮਾਤਮਾ, ਜੋ ਪਰਮਾਤਮਾ ਦਾ ਨਿਰਗੁਣ ਸਰੂਪ ਆ, ਉਹ ਗੁਣ ਇਕੱਠਿਆਂ ਹੋਣ ਦੇ ਕਰਕੇ ਫਿਰ ਹੀ ਜੀਵ ਪਰਮਾਤਮਾ ਦੇ ਨਾਲ ਸਾਂਝ ਪਾ ਸਕਦਾ ਹੈ। ਕਹਿੰਦੇ ਪਰਮਾਤਮਾ ਨੂੰ ਵਸ ਕਰਨ ਦੇ ਲਈ ਜੀਵ ਵਿੱਚ ਗੁਣ ਹੋਣੇ ਚਾਹੀਦੇ ਹਨ। ਆਪ ਨਿਵਾਰ ਵਿਚਾਰੇ ਸੋਏ ਰਹਾਓ, ਕਹਿੰਦੇ ਜੋ ਜੀਵ ਆਪਾ ਨਿਵਾਰਦਾ, ਆਪਾ ਭਾਵ ਖਤਮ ਕਰ ਲੈਂਦਾ, ਕਹਿੰਦੇ ਉਹ ਇਸ ਦੀ ਵਿਚਾਰ ਕਰਦਾ ਹੈ ਕਿ ਜੀਵ ਅਤੇ ਪਰਮਾਤਮਾ ਇੱਕ ਹੀ ਹੈ। ਮਨ ਭੂਲੋ ਬਹੁ ਚਿੱਤੈ ਵਿਕਾਰ, ਮਨ ਭੂਲੋ ਸਿਰ ਆਵੈ ਪਾਰ। ਮਨ ਮਾਨੈ ਹਰ ਏਕੰਕਾਰ, ਕਹਿੰਦੇ ਜਦੋਂ ਤੱਕ ਜੀਵ ਦਾ ਮਨ ਭੁੱਲਿਆ ਰਹਿੰਦਾ ਪਰਮਾਤਮਾ ਨੂੰ, ਉਦੋਂ ਤੱਕ ਜੀਵ ਦੇ ਚਿੱਤ ਵਿੱਚ ਵਿਕਾਰ ਰਹਿੰਦੇ ਨੇ। ਜਦੋਂ ਕਹਿੰਦੇ ਮਨ ਪਰਮਾਤਮਾ ਨੂੰ ਭੁਲਾਈ ਰੱਖਦਾ, ਵਿਕਾਰਾਂ ਦਾ ਭਾਰ ਸਿਰ 'ਤੇ ਚੜ੍ਹਿਆ ਰਹਿੰਦਾ। ਪਰ ਜਦੋਂ ਮਨ ਪਰਮਾਤਮਾ ਨੂੰ ਮੰਨਣ ਲੱਗ ਜਾਂਦਾ, ਫਿਰ ਹਰ ਏਕੰਕਾਰ, ਫਿਰ ਪਤਾ ਲੱਗਦਾ ਵੀ ਉਹ ਇੱਕ ਹੀ ਹਰ ਇੱਕ ਜਗ੍ਹਾ 'ਤੇ ਵਿਆਪਕ ਹੈ। ਮਨ ਭੂਲੋ ਮਾਇਆ ਕਰ ਜਾਏ, ਕਾਮ ਵਿਰੋਧੋ ਰਹੇ ਨਾ ਠਾਏ, ਕਹਿੰਦੇ ਭੁੱਲਿਆ ਹੋਇਆ ਜਿਹੜਾ ਮਨ ਹੈਗਾ ਉਹ ਮਾਇਆ ਦੇ ਘਰ ਵਿੱਚ ਹੀ ਰਹਿੰਦਾ ਹੈ, ਮਾਇਆ ਨੂੰ ਹੀ ਚੰਗੀ ਸਮਝਦਾ ਹੈ। ਕਹਿੰਦੇ ਫਿਰ ਉਹ ਕਾਮ ਵਾਸ਼ਨਾ ਦੇ ਕਰਕੇ ਮਨ ਚੰਚਲ ਨਹੀਂ ਹੁੰਦਾ ਜੀਵ ਦਾ। ਹਰ ਭਜ ਪ੍ਰਾਣੀ ਰਸਨ ਰਸਾਏ, ਕਹਿੰਦੇ ਇਹ ਪ੍ਰਾਣੀ ਆਪਣੀ ਰਸਨਾ ਨੂੰ ਕਹਿੰਦੇ ਰਸ ਵਾਲੀ ਬਣਾ ਕੇ ਉਸ ਪਰਮਾਤਮਾ ਦਾ ਭਜਨ ਕਰ, ਜਾਪ ਕਰ। ਗੈਵਰ ਹੈਵਰ ਕੰਚਨ ਸੁਤ ਨਾਰੀ, ਬਹੁ ਚਿੰਤਾ ਪਿੜ ਚਾਲੈ ਹਾਰੀ। ਜੂਏ ਖੇਲਣ ਕਾਚੀ ਸਾਰੀ, ਕਹਿੰਦੇ ਜੋ ਜੀਵ ਹਾਥੀ ਘੋੜੇ ਸੋਨਾ
ਪੁੱਤਰ ਇਸਤਰੀ ਕਹਿੰਦੇ ਇਹਨਾਂ ਦੇ ਪਿਆਰ ਵਿੱਚ ਗਲਤਾਨ ਰਹਿੰਦੇ ਨੇ। ਕਹਿੰਦੇ ਉਹ ਆਪਣੇ ਆਪ ਨੂੰ ਬਹੁਤੀਆਂ ਚਿੰਤਾ ਵਿੱਚ ਪਾਈ ਰੱਖਦੇ ਨੇ ਅਤੇ ਇਹ ਮਨੁੱਖਾ ਜੀਵਨ ਦੀ ਬਾਜੀ ਹਾਰ ਜਾਂਦੇ ਨੇ। ਕਹਿੰਦੇ ਇਹ ਬਾਜੀ ਕਹਿੰਦੇ ਮਨੁੱਖਾ ਜੀਵਨ ਦੀ ਉਹਨਾਂ ਲਈ ਕੱਚੀ ਹੁੰਦੀ ਆ, ਜਿਸ ਤਰ੍ਹਾਂ ਕਹਿੰਦੇ ਜਿਹੜੇ ਜੁਆਰੀਏ ਨੇ ਨਾ, ਕਹਿੰਦੇ ਉਹ ਜਿਸ ਤਰ੍ਹਾਂ ਜੂਏ ਵਿੱਚ ਹਾਰ ਜਾਂਦੇ ਨੇ, ਕੱਚੀਆਂ ਨਰਦਾਂ ਨਾਲ ਖੇਡਦੇ ਨੇ। ਉਹੀ ਕਹਿੰਦੇ ਉਸ ਜੀਵ ਲਈ ਹੁੰਦਾ ਜੋ ਕਹਿੰਦੇ ਇਹਨਾਂ ਵਿੱਚ ਹਾਥੀ ਘੋੜਿਆਂ 'ਚ ਸਾਰੇ ਸੰਸਾਰਿਕ ਪਦਾਰਥਾਂ ਵਿੱਚ ਰੁੱਝੇ ਰਹਿੰਦੇ ਨੇ, ਉਹ ਵੀ ਜੀਵਨ ਦੀ ਬਾਜੀ ਹਾਰ ਜਾਂਦੇ ਨੇ। ਸੰਪੋ ਸੰਚੀ ਭਏ ਵਿਕਾਰ, ਹਰਖ ਸੋਕ ਊਬੇ ਦਰਬਾਰ। ਕਹਿੰਦੇ ਜੋ ਜੀਵ ਧਨ ਮਾਇਆ ਇਕੱਠੀ ਕਰਨ ਦੇ ਵਿਕਾਰ ਵਿੱਚ ਪਏ ਨੇ, ਕਹਿੰਦੇ ਖੁਸ਼ੀ ਅਤੇ ਗਮੀ ਉਹਨਾਂ ਦੇ ਦਰਵਾਜ਼ੇ 'ਤੇ ਖਲੋਤੇ ਰਹਿੰਦੇ ਨੇ, ਕਿਉਂਕਿ ਉਹ ਹਮੇਸ਼ਾ ਦੁੱਖਾਂ ਦੇ ਵਿੱਚ ਗਲਤਾਨ ਰਹਿੰਦੇ ਨੇ। ਮਾਇਆ ਦੁੱਖ ਹੀ ਦਿੰਦੀ ਹੈ, ਸੁੱਖ ਨਹੀਂ ਦਿੰਦੀ। ਸੁਖ ਸਹਿਜੇ ਜਪ ਹਿਰਦੈ ਮੁਰਾਰ। ਫਿਰ ਕਹਿੰਦੇ ਜੇ ਸੁੱਖ ਲੈਣਾ ਤਾਂ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦਾ ਨਾਮ ਜਪ। ਨਦਰ ਕਰੇ ਤਾਂ ਮੇਲ ਮਿਲਾਏ, ਗੁਣ ਸੰਗ੍ਰਹਿ ਔਗਣ ਸ਼ਬਦ ਜਲਾਏ। ਗੁਰਮੁਖ ਨਾਮ ਪਦਾਰਥ ਪਾਏ। ਫਿਰ ਕਹਿੰਦੇ ਭਾਈ ਜੀਵ ਦੇ ਵੀ ਕੀ ਵਸ, ਜਦੋਂ ਪਰਮਾਤਮਾ ਮਿਹਰ ਦੀ ਨਦਰ ਕਰਦਾ, ਫਿਰ ਪਰਮਾਤਮਾ ਹੀ ਜੀਵ ਨੂੰ ਆਪਣੇ ਨਾਲ ਮੇਲ ਲੈਂਦਾ ਹੈ। ਉਹ ਜੀਵ ਕਹਿੰਦੇ ਗੁਣ ਇਕੱਠੇ ਕਰਦੇ ਨੇ, ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ। ਗੁਰੂ ਦੇ ਸ਼ਬਦ ਦੇ ਨਾਲ ਉਹਨਾਂ ਦੇ ਔਗਣ ਖਤਮ ਹੋ ਜਾਂਦੇ ਨੇ ਅਤੇ ਗੁਰੂ ਦੇ ਸਨਮੁਖ ਰਹਿ ਕੇ ਕਹਿੰਦੇ ਉਹ ਨਾਮ ਪਦਾਰਥ ਪਾ ਲੈਂਦੇ ਨੇ, ਜਦੋਂ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਜੀਵ 'ਤੇ। ਬਿਨ ਨਾਵੈ ਸਭ ਦੁਖ ਨਿਵਾਸ, ਮਨ ਮੁਖ ਮੂੜ ਮਾਇਆ ਚਿਤਵਾਸ। ਗੁਰਮੁਖ ਗਿਆਨ ਤੁਰ ਕਰਮ ਲਿਖਿਆਸ। ਕਹਿੰਦੇ ਨਾਮ ਤੋਂ ਬਿਨਾਂ ਮਨੁੱਖ ਦੇ ਜੀਵਨ ਵਿੱਚ ਦੁੱਖ ਹੀ ਰਹਿੰਦੇ ਨੇ। ਮਨਮੁਖ ਮੂੜ ਮਾਇਆ ਚਿਤਵਾਸ, ਜਿਹੜੇ ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲੇ ਨੇ, ਉਹ ਕਹਿੰਦੇ ਮੂਰਖਤਾਈ ਕਰਦੇ ਨੇ, ਉਹਨਾਂ ਦਾ ਚਿੱਤ ਹਮੇਸ਼ਾ ਮਾਇਆ ਵਿੱਚ ਹੀ ਲੱਗਿਆ ਰਹਿੰਦਾ। ਜਿਹੜੇ ਜੀਵ ਕਹਿੰਦੇ ਗੁਰੂ ਦੇ ਸਨਮੁਖ ਹੁੰਦੇ ਨੇ, ਕਹਿੰਦੇ ਉਹਨਾਂ ਨੂੰ ਹੀ ਪਰਮਾਤਮਾ ਦੀ ਸੋਝੀ ਆਉਂਦੀ ਆ। ਪਰ ਕਹਿੰਦੇ ਇਹ ਵੀ ਉਹਨਾਂ ਨੂੰ ਜਿਹਦੇ ਧੁਰ ਕਰਮਾਂ ਵਿੱਚ ਸੰਸਕਾਰ ਲਿਖੇ ਗਏ ਨੇ ਕਿ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਲ ਜਾਣ ਪਹਿਚਾਣ ਹੁੰਦੀ ਆ, ਉਹਨਾਂ ਦੀ ਹੀ ਹੁੰਦੀ ਹੈ। ਕਹਿੰਦੇ ਇਹ ਵੀ ਉਹਨਾਂ ਦੇ ਕਰਮਾਂ 'ਤੇ। ਮਨ ਚੰਚਲ ਧਾਵਤ ਫੁਨ ਧਾਵੈ, ਸਾਚੇ ਸੂਚੈ ਮੈਲ ਨਾ ਪਾਵੈ। ਨਾਨਕ ਗੁਰਮੁਖ ਹਰ ਗੁਣ ਗਾਵੈ। ਕਹਿੰਦੇ ਜਿਹੜਾ ਚੰਚਲ ਮਨ ਹੈ, ਮਾਇਆ ਵਿੱਚ ਲੱਗਿਆ, ਉਹ ਕਹਿੰਦੇ ਮੁੜ ਮੁੜ ਮਾਇਆ ਦੇ ਪਿੱਛੇ ਹੀ ਭੱਜਦਾ ਹੈ। ਪਰ ਕਹਿੰਦੇ ਇਸ ਤਰ੍ਹਾਂ ਜੋ ਮਾਇਆ ਦੇ ਪਿੱਛੇ ਭੱਜਣਾ, ਇਹ ਸੱਚੇ ਪਰਮਾਤਮਾ ਨੂੰ, ਉਹਨੂੰ ਵਿਕਾਰਾਂ ਦੀ ਮੈਲ ਚੰਗੀ ਨਹੀਂ ਲੱਗਦੀ ਹੈਗੀ। ਨਾਨਕ ਜੀ ਕਹਿੰਦੇ ਨੇ ਜੋ ਜੀਵ ਗੁਰੂ ਦੇ ਸਨਮੁਖ ਹੁੰਦੇ ਨੇ, ਉਹੀ ਪਰਮਾਤਮਾ ਦੇ ਗੁਣ ਗਾਉਂਦੇ ਨੇ। ਗੌੜੀ ਗੁਆਰੇਰੀ ਮਹੱਲਾ ਪਹਿਲਾ। ਹਉਮੈ ਕਰਤਿਆਂ ਨਹਿ ਸੁਖ ਹੋਏ, ਮਨ ਮਤ ਝੂਠੀ ਸੱਚਾ ਸੋਏ। ਸਗਲ ਬਿਗੂਤੇ ਪਾਵੈ ਦੋਏ, ਸੋ ਕਮਾਵੈ ਤੁਰ ਲਿਖਿਆ ਹੋਏ। ਕਹਿੰਦੇ ਜੋ ਜੀਵ ਹਉਮੈ ਵਿੱਚ ਨੇ, ਉਹ ਕਹਿੰਦੇ ਕਦੇ ਸੁੱਖ ਨਹੀਂ ਪਾ ਸਕਦੇ। ਜਿਹੜੀ ਮਨ ਦੇ ਪਿੱਛੇ ਚੱਲਣ ਵਾਲੀ ਮੱਤ ਆ, ਉਹ ਝੂਠੀ ਆ, ਪਰ ਪਰਮਾਤਮਾ ਸੱਚਾ ਹੈ। ਸਗਲ ਬਿਗੂਤੇ ਭਾਵੈ ਦੋਏ। ਕਹਿੰਦੇ ਸੰਸਾਰ ਦੇ ਸਾਰੇ ਜੀਵ ਕਹਿੰਦੇ ਦੂਜੇ ਭਾਅ ਦੇ ਵਿੱਚ ਗਲਤਾਨ ਨੇ। ਦੂਜਾ ਕਿਹੜਾ? ਜਿਹੜਾ ਮਾਇਆ ਦਾ, ਪਰਮਾਤਮਾ ਨੂੰ ਛੱਡ ਕੇ। ਕਹਿੰਦੇ ਦੁਨੀਆ ਮਾਇਆ ਦੇ ਪਿੱਛੇ ਹੀ ਲੱਗੀ ਹੋਈ ਆ। ਪਰ ਕਹਿੰਦੇ ਜੀਵ ਦੇ ਵੀ ਕੀ ਵਸ, ਹਰ ਇੱਕ ਜੀਵ ਉਹੀ ਕਮਾ ਰਿਹਾ ਹੈ ਜੋ ਉਹਨਾਂ ਦੇ ਧੁਰ ਕਰਮਾਂ ਤੋਂ ਲਿਖਿਆ ਹੋਇਆ ਹੈ ਸੰਸਕਾਰ, ਕਿ ਇਹਨਾਂ ਨੇ ਇਸ ਚੀਜ਼ ਦੀ ਕਮਾਈ ਕਰਨੀ ਹੈ। ਵਾਹਿਗੁਰੂ ਜੀ,
ਵਾਹਿਗੁਰੂ। ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੈ ਨਾਮ ਵਿਸਾਰੀ ਰਹਾਓ। ਕਹਿੰਦੇ ਜਿਹੜਾ ਜੱਗ ਹੈ, ਕਹਿੰਦੇ ਇਸ ਤਰ੍ਹਾਂ ਦੀ ਜੂਏ ਦੀ ਖੇਡ ਵਿੱਚ ਲੱਗਿਆ, ਕਹਿੰਦੇ ਨਾਮ ਤਾਂ ਵਿਸਾਰ ਰਿਹਾ ਪਰ ਸੁੱਖ ਮੰਗ ਰਿਹਾ, ਤੇ ਕਿੱਥੋਂ ਦਾ ਨਿਆਂ ਮੰਗ ਰਿਹਾ ਹੋਵੇ। ਰਹਾਓ। ਅਦਿਸ਼ਟ ਦਿਸੇ ਤਾਂ ਕਹਿਆ ਜਾਏ, ਬਿਨ ਦੇਖੇ ਕਹਿਣਾ ਬਿਰਥਾ ਜਾਏ। ਗੁਰਮੁਖ ਦੀਸੈ ਸਹਿਜ ਸੁਪਾਏ, ਸੇਵਾ ਸੁਰਤ ਏਕ ਲਿਵ ਲਾਏ। ਕਹਿੰਦੇ ਜੋ ਪਰਮਾਤਮਾ ਕਹਿੰਦੇ ਉਹ ਅਦ੍ਰਿਸ਼ਟ ਹੈ, ਕਹਿੰਦੇ ਇਹਨਾਂ ਅੱਖਾਂ ਨਾਲ ਦੇਖਿਆ ਨਹੀਂ ਨਾ ਜਾ ਸਕਦਾ। ਫਿਰ ਕਹਿੰਦੇ ਜੀਵ ਕਿਉਂਕਿ ਅੱਖਾਂ ਨਾਲ ਦੇਖ ਨਹੀਂ ਸਕਦਾ ਤਾਂ ਉਹਦਾ ਪਰਮਾਤਮਾ ਦਾ ਨਾਂ ਜਪਣਾ ਨਹੀਂ ਚਾਹੁੰਦਾ ਹੈ। ਪਰ ਜੋ ਕਹਿੰਦੇ ਗੁਰੂ ਦੇ ਸਨਮੁਖ ਰਹਿੰਦੇ ਨੇ ਜੀਵ, ਉਹ ਕਹਿੰਦੇ ਆਤਮਿਕ ਅਡੋਲਤਾ ਵਿੱਚ ਰਹਿੰਦੇ ਨੇ, ਉਹਨਾਂ ਨੂੰ ਫਿਰ ਕਹਿੰਦੇ ਪਰਮਾਤਮਾ ਨਜ਼ਰੀ ਪੈਂਦਾ। ਫਿਰ ਕਹਿੰਦੇ ਸੇਵਾ ਸੁਰਤ ਏਕ ਲਿਵ ਲਾਏ। ਉਹ ਜੀਵ ਕਹਿੰਦੇ ਉਸ ਪਰਮਾਤਮਾ ਦੇ ਵਿੱਚ ਲਿਵ ਜੋੜਦੇ ਨੇ, ਸੇਵਾ ਭਗਤੀ ਕਰਦੇ ਨੇ, ਸੁਰਤ ਜੋੜਦੇ ਨੇ। ਸੁਖ ਮੰਗਤ ਦੁਖ ਆਗਲ ਹੋਏ, ਸਗਲ ਵਿਕਾਰੀ ਹਾਰ ਪਰੋਏ। ਕਹਿੰਦੇ ਜੀਵ ਪਰਮਾਤਮਾ ਤੋਂ ਸੁੱਖ ਹੀ ਮੰਗਦੇ ਨੇ, ਪਰ ਜਦੋਂ ਕਹਿੰਦੇ ਉਹਨਾਂ ਨੇ ਆਪਣੇ ਗਲ ਵਿੱਚ ਵਿਕਾਰਾਂ ਦੇ ਹੀ ਹਾਰ ਪਰੋ ਕੇ ਪਾਏ ਨੇ, ਫਿਰ ਸੁੱਖ ਮੰਗਿਆ ਉਹਨਾਂ ਨੂੰ ਦੁੱਖ ਹੀ ਮਿਲਦਾ ਹੈ, ਕਿਉਂਕਿ ਵਿਕਾਰ ਹਮੇਸ਼ਾ ਦੁੱਖ ਹੀ ਲਿਆਉਂਦੇ ਹਨ। ਏਕ ਬਿਨਾ ਝੂਠੇ ਮੁਕਤ ਨਾ ਹੋਏ, ਕਰ ਕਰ ਕਰਤਾ ਦੇਖੈ ਸੋਏ। ਕਹਿੰਦੇ ਉਸ ਇੱਕ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਜੀਵ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਇਹ ਕਹਿੰਦੇ ਸਾਰਾ ਖੇਡ ਉਸ ਪਰਮਾਤਮਾ ਦਾ ਹੀ ਹੈ। ਪਰਮਾਤਮਾ ਹੀ ਆਪਣੇ ਸਾਰੇ ਚਲਿਤ ਕਰ ਕਰ ਦੇਖ ਰਿਹਾ ਹੈ। ਤ੍ਰਿਸ਼ਨਾ ਅਗਨ ਸ਼ਬਦ ਬੁਝਾਏ, ਦੂਜਾ ਪਰਮ ਸਹਿਜ ਸੁਪਾਏ। ਗੁਰਮਤੀ ਨਾਮ ਹਿਰਦੈ ਵਸਾਏ, ਸਾਚੀ ਬਾਣੀ ਹਰ ਗੁਣ ਗਾਏ। ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਹੀ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਫਿਰ ਕਹਿੰਦੇ ਜਿਹੜਾ ਦੂਜਾ ਭਰਮ ਆ ਉਹ ਵੀ ਖਤਮ ਹੋ ਜਾਂਦਾ, ਜੀਵ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ। ਤੇ ਜੋ ਜੀਵ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ, ਕਹਿੰਦੇ ਸਾਚੀ ਬਾਣੀ ਹਰ ਗੁਣ ਗਾਏ। ਫਿਰ ਉਹ ਕਹਿੰਦੇ ਸੱਚੀ ਬਾਣੀ ਦੇ ਰਾਹੀਂ ਪਰਮਾਤਮਾ ਦੇ ਗੁਣ ਗਾਉਂਦੇ ਨੇ, ਸਿਫਤ ਸਲਾਹ ਕਰਦੇ ਨੇ। ਤਨ ਮਹਿ ਸਾਚੋ ਗੁਰਮੁਖ ਪਾਓ, ਨਾਮ ਬਿਨਾ ਨਾਹੀ ਨਿਜ ਠਾਓ। ਕਹਿੰਦੇ ਜਿਸ ਜੀਵ ਦੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਹਿਰਦੇ ਵਿੱਚ ਪਿਆਰ ਹੈ, ਤਨ ਮਹਿ ਸਾਚੋ, ਕਹਿੰਦੇ ਉਹਨਾਂ ਦੇ ਅੰਦਰ ਹੀ ਪਰਮਾਤਮਾ ਵਸਦਾ ਹੈ। ਨਾਮ ਤੋਂ ਬਿਨਾਂ ਕਹਿੰਦੇ ਨਿਜ ਦੇ ਟਿਕਾਣੇ ਵਿੱਚ ਹਿਰਦੇ ਵਿੱਚ ਟਿਕਿਆ ਨਹੀਂ ਜਾ ਸਕਦਾ। ਪ੍ਰੇਮ ਪਰਾਇਣ ਪ੍ਰੀਤਮ ਰਾਓ, ਨਦਰ ਕਰੇ ਤਾਂ ਬੂਝੈ ਨਾਓ। ਕਹਿੰਦੇ ਪਰਮਾਤਮਾ ਵੀ ਕਹਿੰਦੇ ਪ੍ਰੀਤ ਨੂੰ ਦੇਖਦਾ ਹੈ। ਜਿਹੜੇ ਜੀਵ ਦੇ ਕੋਲ ਪਰਮਾਤਮਾ ਲਈ ਪ੍ਰੀਤ ਹੈ, ਕਹਿੰਦੇ ਪਰਮਾਤਮਾ ਵੀ ਉਸ ਪ੍ਰੀਤ ਨੂੰ ਪਿਆਰ ਕਰਨ ਵਾਲਾ ਹੈ। ਜਿਸ ਜੀਵ ਤੇ ਕਹਿੰਦੇ ਪਰਮਾਤਮਾ ਕਹਿੰਦੇ ਕਿਰਪਾ ਕਰਦਾ ਹੈ ਤਾਂ ਬੂਝੇ ਨਾਉ, ਉਸ ਜੀਵ ਨੂੰ ਪਰਮਾਤਮਾ ਦੇ ਨਾਮ ਦੀ ਸੋਝੀ ਹੁੰਦੀ ਹੈ। ਮਾਇਆ ਮੋਹ ਸਰਬ ਜੰਜਾਲਾ, ਮਨ ਮੁਖ ਕੁਚੀਲ ਕੁਛਿਤ ਬਿਕਰਾਲਾ। ਕਹਿੰਦੇ ਜੋ ਜੀਵ ਮਾਇਆ ਦੇ ਮੋਹ ਦੇ ਜਾਲ ਵਿੱਚ ਰਹਿੰਦੇ ਨੇ, ਉਹ ਕਹਿੰਦੇ ਮਨਮੁਖ ਨੇ, ਮਨ ਦੇ ਪਿੱਛੇ ਚੱਲਣ ਵਾਲੇ ਨੇ। ਉਹਨਾਂ ਦੀ ਜਿਹੜੀ ਮੱਤ ਵੀ ਭੈੜੀ ਹੁੰਦੀ ਆ, ਉਹ ਬੜੇ ਭਿਆਨਕ ਡਰਾਉਣੇ ਹੁੰਦੇ ਨੇ। ਸਤਿਗੁਰ ਸੇਵੈ ਚੂਕੈ ਜੰਜਾਲਾ, ਅੰਮ੍ਰਿਤ ਨਾਮ ਸਦਾ ਸੁਖ ਨਾਲਾ। ਜੋ ਜੀਵ ਕਹਿੰਦੇ ਸਤਿਗੁਰ ਦੀ ਸੇਵਾ ਭਗਤੀ ਕਰਦੇ ਨੇ, ਉਹਨਾਂ ਦਾ ਮਾਇਆ ਦਾ ਵਿਕਾਰਾਂ ਦਾ ਜੰਜਾਲ ਖਤਮ ਹੋ ਜਾਂਦਾ।
ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਅੰਮ੍ਰਿਤ ਨਾਮ ਵਸਦਾ, ਫਿਰ ਉਹ ਸਦਾ ਸੁਖੀ ਰਹਿੰਦੇ ਨੇ। ਗੁਰਮੁਖ ਬੂਝੈ ਏਕ ਲਿਵ ਲਾਏ, ਨਿਜ ਘਰ ਵਾਸੈ ਸਾਚ ਸਮਾਏ। ਜੋ ਜੀਵ ਕਹਿੰਦੇ ਗੁਰੂ ਦੇ ਸਨਮੁਖ ਹੁੰਦੇ ਨੇ, ਉਹ ਉਸ ਇੱਕ ਪਰਮਾਤਮਾ ਵਿੱਚ ਆਪਣੀ ਲਿਵ ਜੋੜਦੇ ਨੇ। ਉਹਨਾਂ ਦਾ ਕਹਿੰਦੇ ਠਿਕਾਣਾ ਆਪਣੇ ਨਿੱਜ ਦੇ ਘਰ ਵਿੱਚ ਹੋ ਜਾਂਦਾ ਅਤੇ ਉਹਨਾਂ ਦੀ ਸਮਾਈ ਸੱਚੇ ਪਰਮਾਤਮਾ ਵਿੱਚ ਹੋ ਜਾਂਦੀ ਆ। ਨਿਜ ਘਰ ਵਾਸੈ ਸਾਚ ਸਮਾਏ, ਜੰਮਣ ਮਰਨਾ ਠਾਕ ਰਹਾਏ, ਪੂਰੇ ਗੁਰ ਤੇ ਇਹ ਮਤ ਪਾਏ। ਉਹਨਾਂ ਦਾ ਕਹਿੰਦੇ ਜੰਮਣ ਮਰਨ ਦਾ ਚੱਕਰ ਵੀ ਖਤਮ ਹੋ ਜਾਂਦਾ, ਪਰ ਇਹ ਜਿਹੜੀ ਸਾਰੀ ਮੱਤ ਆ ਇਹ ਗੁਰੂ ਦੇ ਰਾਹੀਂ ਹੀ ਜੀਵ ਨੂੰ ਮਿਲਦੀ ਹੈ। ਕਥਨੀ ਕਥੋ ਨ ਆਵੈ ਔਰ, ਗੁਰ ਪੁੱਛ ਦੇਖਿਆ ਨਾਹੀਂ ਦਰ ਹੋਰ। ਕਹਿੰਦੇ ਜੇ ਜੀਵ ਕਥਨੀ ਕਥੋ ਨ ਆਵੈ ਔਰ, ਕਹਿੰਦੇ ਜੇ ਜੀਵ ਪਰਮਾਤਮਾ ਦੀ ਸਿਫਤ ਸਲਾਹ ਨਹੀਂ ਕਰਦਾ, ਫਿਰ ਉਹ ਪਰਮਾਤਮਾ ਦੇ ਨੇੜੇ ਨਹੀਂ ਆ ਸਕਦਾ। ਕਹਿੰਦੇ ਗੁਰੂ ਨੂੰ ਪੁੱਛ ਕੇ ਦੇਖਿਆ ਵੀ ਪਰਮਾਤਮਾ ਦੇ ਦਰ ਤੋਂ ਬਿਨਾਂ ਜੀਵ ਨੂੰ ਕਹਿੰਦੇ ਸਹਾਰਾ ਦੇਣ ਵਾਲਾ ਹੋਰ ਕੋਈ ਦਰ ਨਹੀਂ ਹੈ, ਸਿਰਫ ਉਹਦਾ ਹੀ ਦਰ ਆ। ਦੁੱਖ ਸੁੱਖ ਭਾਣੈ ਤਿਸੈ ਰਜਾਏ, ਨਾਨਕ ਨੀਚ ਕਹੇ ਲਿਵ ਲਾਏ। ਨਾਨਕ ਜੀ ਕਹਿੰਦੇ ਨੇ ਮੈਂ ਕਹਿੰਦੇ ਅਣਜਾਣ ਵੀ ਕਹਿੰਦੇ ਪਰਮਾਤਮਾ ਵਿੱਚ ਲਿਵ ਲਾ ਕੇ ਕਹਿ ਰਿਹਾ ਕਿ ਜੋ ਪਰਮਾਤਮਾ ਦੇ ਦਿੱਤਾ ਦੁੱਖ ਸੁੱਖ ਉਹ ਪਰਮਾਤਮਾ ਦੇ ਭਾਣੇ ਵਿੱਚ ਹੀ ਵਰਤਦਾ ਹੈ। ਪਰਮਾਤਮਾ ਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ ਹੀ ਜੀਵ ਨੂੰ ਦੁੱਖ ਸੁੱਖ ਵਿਆਪਦਾ ਹੈ। ਗੌੜੀ ਮਹੱਲਾ ਪਹਿਲਾ। ਦੂਜੀ ਮਾਇਆ ਜਗਤ ਚਿਤ ਵਾਸ, ਕਾਮ ਕ੍ਰੋਧ ਅਹੰਕਾਰ ਬਿਨਾਸ। ਦੂਜਾ ਕੌਣ ਕਹਾ ਨਹੀਂ ਕੋਈ, ਸਭ ਮੈਂ ਏਕ ਨਿਰੰਜਨ ਸੋਈ ਰਹਾਓ। ਕਹਿੰਦੇ ਜਗਤ ਦੇ ਵਿੱਚ ਜੀਵਾਂ ਦੇ ਚਿੱਤ ਵਿੱਚ ਦੂਜੀ ਮਾਇਆ ਤੇ ਹੀ ਕਹਿੰਦੇ ਪ੍ਰੇਮ ਵਸਦਾ ਹੈ, ਪਰਮਾਤਮਾ ਦਾ ਨਹੀਂ, ਮਾਇਆ ਦਾ ਪਿਆਰ ਹੈ ਜੀਵਾਂ ਦੇ ਅੰਦਰ। ਕਾਮ ਕ੍ਰੋਧ ਅਹੰਕਾਰ ਬਿਨਾਸ, ਕਿਉਂਕਿ ਜਦੋਂ ਮਾਇਆ ਦਾ ਹੀ ਅੰਦਰ ਚਿੱਤ ਵਿੱਚ ਵਾਸਾ ਹੋਣਾ ਹੈ ਤੇ ਫਿਰ ਜਿਹੜਾ ਕਾਮ ਕ੍ਰੋਧ ਅਹੰਕਾਰ ਇਹਦੇ ਨਾਲ ਫਿਰ ਜੀਵ ਦਾ ਕਿ ਆਤਮਿਕ ਜਿਹੜਾ ਜੀਵਨ ਆ ਉਹ ਕਮਜ਼ੋਰ ਪੈ ਜਾਂਦਾ ਹੈ। ਦੂਜਾ ਕੌਣ ਕਹਾ ਨਹੀਂ ਕੋਈ, ਸਭ ਮੈਂ ਏਕ ਨਿਰੰਜਨ ਸੋਈ। ਕਹਿੰਦੇ ਦੂਜਾ ਹੋਰ ਕੋਈ ਹੈ ਨਹੀਂ, ਸਾਰੇ ਜੀਵਾਂ ਦੇ ਵਿੱਚ ਇੱਕ ਉਹ ਅਕਾਲ ਪੁਰਖ ਹੈ ਜੋ ਮਾਇਆ ਤੋਂ ਨਿਰਲੇਪ ਹੈ। ਮਾਇਆ ਦੀ ਕਾਲਖ ਉਸ ਪਰਮਾਤਮਾ ਨੂੰ ਨਹੀਂ ਲੱਗਦੀ। ਦੂਜੀ ਦੁਰਮਤ ਆਖੈ ਦੋਏ, ਆਵੈ ਜਾਏ ਮਰ ਦੂਜਾ ਹੋਏ। ਕਹਿੰਦੇ ਜਿਸ ਜੀਵ ਨੇ ਗੁਰੂ ਦੀ ਮੱਤ ਤੇ ਨਹੀਂ ਚੱਲਿਆ, ਉਹਦੇ ਕੋਲ ਜਿਹੜੀ ਉਹਦੀ ਹੈ ਮਾੜੀ ਮੱਤ ਹੈ, ਕਹਿੰਦੇ ਜਿਹੜੀ ਮਾੜੀ ਮੱਤ ਆ ਉਹਦੇ ਵਿੱਚ ਦੂਜੇ ਮਾਇਆ ਦਾ ਪ੍ਰੇਮ ਹੈ। ਜਦੋਂ ਤੱਕ ਜੀਵ ਵਿੱਚ ਮਾਇਆ ਦਾ ਪ੍ਰੇਮ ਰਹਿੰਦਾ ਫਿਰ ਕਹਿੰਦੇ ਆਵੇ ਜਾਏ, ਫਿਰ ਕਹਿੰਦੇ ਉਹ ਜੰਮਣ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ। ਧਰਨ ਗਗਨ ਨਹਿ ਦੇਖੋ ਦੋਏ, ਨਾਰੀ ਪੁਰਖ ਸਵਾਈ ਲੋਏ। ਕਹਿੰਦੇ ਚਾਹੇ ਧਰਤੀ ਆ, ਆਕਾਸ਼ ਆ, ਇਸਤਰੀ ਆ, ਪੁਰਖ ਆ, ਕਹਿੰਦੇ ਸਭ ਦੇ ਵਿੱਚ ਉਹ ਇੱਕ ਪਰਮਾਤਮਾ। ਕਹਿੰਦੇ ਮੈਨੂੰ ਕੋਈ ਦੂਜਾ ਨਹੀਂ ਨਜ਼ਰ ਆਉਂਦਾ, ਹਰ ਇੱਕ ਦੇ ਵਿੱਚ ਉਹ ਇੱਕ ਪਰਮਾਤਮਾ ਸਮਾਇਆ ਹੋਇਆ। ਰਬ ਸਭ ਸਸ ਦੇਖੋ ਦੀਪਕ ਉਜਿਆਲਾ, ਸਰਬ ਨਿਰੰਤਰ ਪ੍ਰੀਤਮ ਬਾਲਾ। ਕਹਿੰਦੇ ਚਾਹੇ ਕੋਈ ਜੀਵ ਗੁੱਸੇ ਵਾਲਾ, ਚਾਹੇ ਕੋਈ ਕਹਿੰਦੇ ਠੰਡੇ ਸੁਭਾਅ ਵਾਲਾ। ਕਹਿੰਦੇ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਜਿਹੜਾ ਹੈਗਾ ਸੂਰਜ ਅਤੇ ਚੰਦਰਮਾ ਦਾ ਪ੍ਰਕਾਸ਼ ਕਰਦੇ ਨੇ, ਇਸ ਤਰ੍ਹਾਂ ਹੀ ਕਹਿੰਦੇ ਜਿਹੜੇ ਜੀਵ ਗੁੱਸੇ ਵਾਲੇ ਨੇ, ਠੰਡੇ ਸੁਭਾਅ ਵਾਲੇ ਨੇ, ਹਰ ਇੱਕ ਦੇ ਵਿੱਚ ਕਹਿੰਦੇ ਮੈਨੂੰ ਉਹ ਇੱਕ ਪਰਮਾਤਮਾ ਹੀ ਨਜ਼ਰ ਆ ਰਿਹਾ ਜੋ ਸਦਾ ਹੀ ਜਵਾਨ ਹੈ। ਪਰਮਾਤਮਾ ਕਦੇ ਬੁੱਢਾ ਨਹੀਂ ਹੁੰਦਾ,
परमात्मा सदा है जवान। कर किरपा मेरा चित लाया, सतगुर मोको एक बुझाया। ਕਹਿੰਦੇ ਸੱਚੇ ਗੁਰੂ ਨੇ ਮੇਰੇ 'ਤੇ ਕਿਰਪਾ ਕਰਕੇ ਮੈਨੂੰ ਇੱਕ ਪਰਮਾਤਮਾ ਬਾਰੇ ਸੂਝ ਦੇ ਦਿੱਤੀ ਅਤੇ ਮੇਰਾ ਚਿੱਤ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਦਿੱਤਾ। ਏਕ ਨਿਰੰਜਨ ਗੁਰਮੁਖ ਜਾਤਾ, ਦੂਜਾ ਮਾਰ ਸ਼ਬਦ ਪਛਾਤਾ। ਕਹਿੰਦੇ ਉਹ ਗੁਰੂ ਦੇ ਸਨਮੁਖ ਹੋ ਕੇ ਹੀ ਉਸ ਇੱਕ ਪਰਮਾਤਮਾ ਨਾਲ ਮੇਰੀ ਸਾਂਝ ਪਈ ਆ। ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਮੇਰੇ ਅੰਦਰੋਂ ਦੂਜਾ ਭਾਵ ਖਤਮ ਹੋ ਗਿਆ ਅਤੇ ਪਰਮਾਤਮਾ ਦੀ ਜਾਣ ਪਹਿਚਾਣ ਹੋ ਗਈ। ਏਕੋ ਹੁਕਮ ਵਰਤੈ ਸਭ ਲੋਈ, ਏਕਸ ਤੇ ਸਭ ਓਪਤ ਹੋਈ। ਕਹਿੰਦੇ ਉਸ ਪਰਮਾਤਮਾ ਦਾ ਹੁਕਮ ਹੀ ਸਾਰੇ ਸੰਸਾਰ ਵਿੱਚ ਚੱਲ ਰਿਹਾ ਹੈ। ਉਸ ਇੱਕ ਪਰਮਾਤਮਾ ਤੋਂ ਹੀ ਸਾਰੀ ਦੁਨੀਆ ਦੀ ਉਤਪਤੀ ਹੋਈ ਹੈ। ਰਾਹ ਦੋਵੈ ਖਸਮ ਏਕੋ ਜਾਣ, ਗੁਰ ਕੈ ਸ਼ਬਦ ਹੁਕਮ ਪਛਾਣ। ਕਹਿੰਦੇ ਇਹ ਦੋਨੇ ਹੀ ਰਾਹ, ਦੁਰਮਤ ਦਾ ਵੀ ਅਤੇ ਗੁਰਮੁਖਤਾ ਦਾ ਵੀ, ਇਹ ਦੋਨੋਂ ਰਸਤੇ ਕਹਿੰਦੇ ਉਸ ਇੱਕ ਪਰਮਾਤਮਾ ਦੇ ਬਣਾਏ ਹੋਏ ਨੇ। ਕਹਿੰਦੇ ਗੁਰੂ ਦੇ ਸ਼ਬਦ 'ਤੇ ਚੱਲਿਆ ਹੀ ਜੀਵ ਪਰਮਾਤਮਾ ਦੇ ਹੁਕਮ ਨੂੰ ਮੰਨਣ ਵਾਲਾ ਹੋ ਜਾਂਦਾ ਹੈ। ਸਗਲ ਰੂਪ ਵਰਨ ਮਨ ਮਾਹੀ, ਕਹੁ ਨਾਨਕ ਏਕੋ ਸਾਲਾਹੀ। ਨਾਨਕ ਜੀ ਕਹਿੰਦੇ ਨੇ ਸਾਰੇ ਕਹਿੰਦੇ ਵਰਨਾਂ ਵਿੱਚ, ਰੂਪਾਂ ਵਿੱਚ, ਹਰ ਇੱਕ ਦੇ ਮਨ ਵਿੱਚ ਉਹ ਕਹਿੰਦੇ ਇੱਕ ਪਰਮਾਤਮਾ ਹੀ ਹੈ। ਉਸ ਇੱਕ ਪਰਮਾਤਮਾ ਦੀ ਹੀ ਸਿਫਤ ਸਲਾਨਾ ਜੀਵ ਲਈ ਫੱਬਦੀ ਹੈ। ਗੌੜੀ ਮਹੱਲਾ ਪਹਿਲਾ। ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੈ ਕਾਚਾ। ਕਹਿੰਦੇ ਜੋ ਜੀਵ ਇਸ ਤਰ੍ਹਾਂ ਦੇ ਅਧਿਆਤਮਕ ਕਰਮ ਕਰ ਰਿਹਾ ਹੈ, ਜਿਸ ਦੇ ਨਾਲ ਉਹ ਸੱਚਾ ਬਣ ਜਾਂਦਾ ਹੈ, ਫਿਰ ਉਹੀ ਕਹਿੰਦੇ ਪਰਮਾਤਮਾ ਨਾਲ ਜਾਣ ਪਹਿਚਾਣ ਪਾਉਂਦਾ ਹੈ। ਮੁਕਤ ਭੇਦ ਕਿਆ ਜਾਣੇ ਕਾਚਾ। ਕਹਿੰਦੇ ਉਹ ਜੀਵ ਜਿਸ ਦਾ ਆਤਮਿਕ ਜੀਵਨ ਨਹੀਂ ਬਣਿਆ, ਕੱਚਾ ਹੈ, ਕਹਿੰਦੇ ਉਹ ਵਿਕਾਰਾਂ ਤੋਂ ਮੁਕਤੀ ਨੂੰ ਸਮਝ ਨਹੀਂ ਸਕਦਾ। ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਉਰ ਤਾਰੈ ਰਹਾਓ। ਕਹਿੰਦਾ ਐਸਾ ਹੀ ਜਿਹੜਾ ਹੈਗਾ ਜੋਗੀ, ਉਹੀ ਅਸਲੀਅਤ ਦੀ ਜਿਹੜੀ ਹੈਗੀ ਜੀਵਨ ਮਰਿਆਦਾ ਉਹਨੂੰ ਜਾਣ ਸਕਦਾ, ਜੇ ਉਹ ਕਹਿੰਦੇ ਪੰਜਾਂ ਨੂੰ, ਜਿਹੜੇ ਪੰਜ ਵਿਕਾਰ ਨੇ ਆਪਣੇ ਅੰਦਰੋਂ ਖਤਮ ਕਰ ਲੈਂਦਾ ਅਤੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਂਦਾ। ਜਿਸ ਕੈ ਅੰਤਰ ਸਾਚ ਵਸਾਵੈ, ਜੋਗ ਜੁਗਤ ਕੀ ਕੀਮਤ ਪਾਵੈ। ਕਹਿੰਦੇ ਪਰਮਾਤਮਾ ਜਿਸ ਦੇ ਅੰਦਰ ਆਪਣਾ ਸੱਚਾ ਨਾਮ ਕਹਿੰਦੇ ਵਸਾ ਦਿੰਦਾ, ਉਹ ਜੀਵ ਹੀ ਅਸਲੀਅਤ ਵਿੱਚ ਜੋ ਨਾਮ ਸਿਮਰਨ ਦੀ ਕੀਮਤ ਆ, ਅਸਲੀ ਜੁਗਤ ਹੈ, ਉਹਨੂੰ ਸਮਝ ਸਕਦਾ ਹੈ, ਉਹਦੀ ਕਦਰ ਪਾ ਸਕਦਾ ਹੈ। ਰਵ ਸਸ ਏਕੋ ਗ੍ਰਹਿ ਉਦਿਆਨੈ, ਕਰਨੀ ਕੀਰਤ ਕਰਮ ਸਮਾਨੈ। ਕਹਿੰਦੇ ਉਹ ਜੀਵ ਕਹਿੰਦੇ ਉਹਦੇ ਲਈ ਰਵੀ, ਸੂਰਜ, ਸਸ, ਚੰਦਰਮਾ ਅਤੇ ਉਹਦੇ ਲਈ ਕਹਿੰਦੇ ਗੁੱਸੇ ਵਾਲਾ ਸੁਭਾਅ ਅਤੇ ਨਰਮਾਈ ਵਾਲਾ ਸੁਭਾਅ, ਉਹਦੇ ਲਈ ਗ੍ਰਹਿਸਤ ਅਤੇ ਜੰਗਲ, ਤਿਆਗੀ ਹੋਣਾ ਜਾਂ ਗ੍ਰਹਿਸਤ ਵਾਲਾ ਹੋਣਾ, ਉਹਦੇ ਲਈ ਕਹਿੰਦੇ ਇੱਕ ਸਮਾਨ ਹੋ ਜਾਂਦਾ, ਉਹਨੂੰ ਫਿਰ ਕੋਈ ਫਰਕ ਨਹੀਂ ਲੱਗਦਾ। ਉਹ ਕਹਿੰਦੇ ਕਰਨੀ ਕੀਰਤ ਕਰਮ ਸਮਾਨੇ। ਉਹ ਕਹਿੰਦੇ ਜਿਸ ਤਰ੍ਹਾਂ ਸੁਤੇ ਸਿੱਧ ਹੀ ਕਹਿੰਦੇ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲਾ ਬਣ ਜਾਂਦਾ ਜੀਵ। ਏਕ ਸ਼ਬਦ ਇੱਕ ਭਿਖਿਆ ਮੰਗੈ, ਗਿਆਨ ਧਿਆਨ ਜੁਗਤ ਸੱਚ ਜਾਗੈ। ਕਹਿੰਦੇ ਉਹ ਦਰ ਦਰ ਰੋਟੀਆਂ ਦੀ ਭਿੱਖ ਮੰਗਣ ਤੋਂ ਬਿਨਾਂ ਪਰਮਾਤਮਾ ਦੇ ਨਾਮ ਦੀ ਭਿਖਿਆ ਮੰਗਦਾ ਉਹ ਜੀਵ। ਕਹਿੰਦੇ ਉਹਨੂੰ ਪਰਮਾਤਮਾ ਦੇ ਨਾਮ ਦਾ ਗਿਆਨ, ਪਰਮਾਤਮਾ ਦੇ ਵਿੱਚ ਸੁਰਤ ਜੋੜਨੀ,
ਸਿਮਰਨ ਕਰਨਾ ਤੇ ਮਾਇਆ ਦੇ ਵਿੱਚੋਂ ਸੁਚੇਤ ਹੋ ਜਾਣਾ। ਪੈ ਰਚ ਰਹੇ ਨ ਬਾਹਰ ਜਾਏ, ਕੀਮਤ ਕੌਣ ਰਹੇ ਲਿਵ ਲਾਏ। ਉਹ ਜੀਵ ਕਹਿੰਦੇ ਹਮੇਸ਼ਾ ਪਰਮਾਤਮਾ ਦੇ ਡਰ ਅਦਬ ਵਿੱਚ ਟਿਕਿਆ ਰਹਿੰਦਾ, ਪਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਚੱਲਦਾ। ਕਹਿੰਦੇ ਜੋ ਪਰਮਾਤਮਾ ਦੇ ਵਿੱਚ ਪੂਰੀ ਤਰ੍ਹਾਂ ਲਿਵ ਲਾਂਦਾ ਹੈ, ਲੀਨ ਹੋ ਜਾਂਦਾ ਹੈ, ਉਹਦੀ ਕਹਿੰਦੇ ਕੀਮਤ ਕੌਣ ਪਾ ਸਕਦਾ ਹੈ। ਅਸੀਂ ਉਹਦੀ ਕੀਮਤ ਨਹੀਂ ਪਾ ਸਕਦੇ। ਆਪੇ ਮੇਲੇ ਭਰਮ ਚੁਕਾਏ, ਗੁਰ ਪ੍ਰਸਾਦ ਪਰਮ ਪਦ ਪਾਏ। ਕਹਿੰਦੇ ਇਹ ਜੀਵ ਦੇ ਵੱਸ ਨਹੀਂ ਹੈ ਕਿ ਪਰਮਾਤਮਾ ਨਾਲ ਮਿਲਾਪ ਹੋ ਜਾਏ। ਕਹਿੰਦੇ ਗੁਰੂ ਦੇ ਕਿਰਪਾ ਦੇ ਨਾਲ ਹੀ ਜੀਵ ਇਹ ਪਰਮ ਪਦ ਪਾਉਂਦੇ ਨੇ, ਸਭ ਤੋਂ ਉੱਚੀ ਆਤਮਿਕ ਅਵਸਥਾ ਪਾਉਂਦੇ ਨੇ, ਜਿੱਥੇ ਜੀਵ ਦਾ ਭਰਮ ਖਤਮ ਹੋ ਜਾਂਦਾ ਤੇ ਜੀਵ ਦਾ ਮਿਲਾਪ ਪਰਮਾਤਮਾ ਨਾਲ ਹੋ ਜਾਂਦਾ। ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਨੀ ਸਾਰ। ਜਪ ਤਪ ਸੰਜਮ ਪਾਠ ਪੁਰਾਣ, ਕਹੋ ਨਾਨਕ ਅਪਰੰਪਰ ਮਾਨ। ਕਹਿੰਦੇ ਉਹ ਜੀਵ ਕਹਿੰਦੇ ਸ਼ਬਦ ਦੀ ਵਿਚਾਰ ਕਰਦਾ, ਸ਼ਬਦ ਦੀ ਵਿਚਾਰ ਕਰਨੀ ਹੀ ਗੁਰੂ ਦੀ ਸੇਵਾ ਹੈ। ਹਉਮੈ ਕਹਿੰਦੇ ਮਾਰਦਾ ਆਪਣੀ, ਹਉਮੈ ਮਾਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ। ਨਾਨਕ ਜੀ ਕਹਿੰਦੇ ਨੇ ਉਹ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਅਪਰੰਪਰ ਪਰਮਾਤਮਾ ਦਾ, ਤੇ ਇਸ ਨਾਮ ਜਪਣ ਦੇ ਵਿੱਚ ਹੀ ਉਹਦੇ ਲਈ ਜਪ ਤਪ ਸੰਜਮ ਵੇਦ ਪੁਰਾਣ ਇਹਨਾਂ ਦਾ ਪਾਠ ਕਰਨਾ ਸਭ ਕੁਝ ਉਹਦੇ ਲਈ ਇਹ ਪਰਮਾਤਮਾ ਦੇ ਨਾਮ ਜਪਣ ਵਿੱਚ ਆ ਜਾਂਦਾ। ਸਭ ਤੋਂ ਉੱਚਾ ਪਰਮਾਤਮਾ ਦਾ ਨਾਮ ਜਪਣਾ, ਫਿਰ ਉਸ ਜੀਵ ਲਈ ਜਿਹੜੇ ਹੋਰ ਕਰਮ ਕਰਨੇ ਨੇ ਜਪ ਤਪ ਸੰਜਮ ਵੇਦਾਂ ਦਾ ਪਾਠ, ਇਹ ਸਭ ਕੁਝ ਉਹਦੇ ਲਈ ਪਰਮਾਤਮਾ ਦਾ ਨਾਮ ਜਪਣ ਵਿੱਚ ਗਿਣਿਆ ਜਾਂਦਾ। ਸਭ ਤੋਂ ਸ੍ਰੇਸ਼ਟ ਕਰਨੀ ਹਉਮੈ ਮਾਰ ਕੇ ਪਰਮਾਤਮਾ ਦਾ ਨਾਮ ਜਪਣਾ, ਪਰ ਹੈ ਉਸ ਪਰਮਾਤਮਾ ਦੇ ਹੱਥ ਵੱਸ। ਜਦੋਂ ਕਿਸੇ ਜੀਵ 'ਤੇ ਕਿਰਪਾ ਹੁੰਦੀ ਆ ਫਿਰ ਜੀਵ ਉਹਦਾ ਨਾਮ ਜਪ ਸਕਦਾ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਗਲਤੀਆਂ ਮੇਰੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ। ਅੱਗੇ ਤੋਂ ਸਮੱਤ ਦਿਓ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।